ਕਾਂਗਰਸ ਪਾਰਟੀ ਦੇ ਵੱਲੋਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਚੁਣਨ ਦੇ ਲਈ ਪਾਰਟੀ ਵਰਕਰਾਂ ਦੇ ਨਾਲ ਇੱਕ ਮੀਟਿੰਗ ਦਾ ਦੌਰ ਸ਼ੁਰੂ ਕੀਤਾ ਗਿਆ, ਜਿਸ ਦੇ ਚਲਦੇ ਅੱਜ ਪਟਿਆਲਾ ਜ਼ਿਲ੍ਹਾ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਪਾਰਟੀ ਵਰਕਰ, ਪੰਚ, ਸਰਪੰਚ ਅਤੇ ਬਲਾਕ ਸਮਸਤੀ ਦੇ ਮੈਂਬਰ ਅਤੇ ਹੋਰ ਅਹੁਦੇਦਾਰ ਦੇ ਨਾਲ ਪਾਰਟੀ ਦੇ ਵੱਲੋਂ ਭੇਜੇ ਗਏ ਸੰਜੇ ਠਾਕਰ ਅਤੇ ਹਰਪ੍ਰੀਤ ਚੀਮਾ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਤੋਂ ਉਮੀਦਵਾਰ ਬਾਰੇ ਸੁਝਾਅ ਮੰਗੇ। ਇਸ ਮੌਕੇ ਪਾਰਟੀ ਦੇ ਸਨੌਰ ਤੋਂ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ, ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੂਦ ਰਹੇ। ਪਟਿਆਲਾ ਤੋਂ ਕਵਲਜੀਤ ਸਿੰਘ। ਮਾਨ ਸਾਹਿਬ, ਜਿਹੜਾ ਪ੍ਰੋਗਰਾਮ ਸੀਗਾ ਪਹਿਲਾਂ ਉਹਦੇ ਬਾਰੇ ਦੱਸ ਦਿਓ। ਅੱਜ ਸਨੌਰ ਹਲਕੇ ਦਾ ਵਰਕਰਸ ਮੀਟਿੰਗ ਬੁਲਾਈ ਗਈ ਸੀ। ਸਾਡੇ ਜਿੰਨੇ 250 ਪਿੰਡਾਂ ਦੇ ਸਰਪੰਚ ਨੇ ਇਲੈਕਟਡ ਉਹ ਆਏ ਸੀ, ਸਾਰੇ ਬਲਾਕ ਸਮਿਤੀ ਮੈਂਬਰ ਔਰ ਜ਼ਿਲ੍ਹਾ ਪਰਿਸ਼ਦ ਮੈਂਬਰ, ਸਾਡੇ ਚੇਅਰਮੈਨ ਜਿਹੜੇ ਹੈਗੇ ਨੇ ਉਹ ਸਾਰੇ ਅੱਜ ਬੁਲਾਏ ਗਏ ਸੀ। ਤੇ ਸਾਡੇ ਜਿਹੜੇ ਆਬਜ਼ਰਵਰ ਆਏ ਸੀ ਉਹਨਾਂ ਨੇ ਵਰਕਰਾਂ ਨਾਲ ਆਪਣਾ ਤਾਲਮੇਲ ਕੀਤਾ, ਗੱਲਬਾਤ ਸੁਣੀ ਉਹਨਾਂ ਦੀ। ਮਾਨ ਸਾਹਿਬ, ਕਿਸ ਤਰ੍ਹਾਂ ਲੱਗਦਾ ਹੈ ਜਿਹੜਾ ਪਾਰਟੀ ਇਸ ਤਰ੍ਹਾਂ ਕਰ ਰਹੀ ਹੈ, ਕਿਉਂਕਿ ਪਹਿਲਾਂ 4.5 ਸਾਲ ਸੁਣੀ ਨਹੀਂ ਗਈ ਕਿਸੇ ਦੀ ਗੱਲ, ਤੇ ਹੁਣ ਜਿਹੜੇ ਹਲਕਾ ਦੇ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੇ ਤੁਹਾਡੇ ਹੱਕ 'ਚ ਗੱਲ ਕੀਤੀ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਕੰਮ ਹੈ ਜਿਹੜਾ ਉਹ ਬੋਲ ਰਿਹਾ? ਹਾਂ, ਅਸੀਂ ਤਾਂ ਹਲਕੇ 'ਚ ਹੀ ਰਹੇ ਹਾਂ, 4.5 ਸਾਲ ਤੋਂ ਕੰਮ ਕਰਦੇ ਰਹੇ ਹਾਂ। ਸਾਨੂੰ ਗਵਰਨਮੈਂਟ ਵੱਲੋਂ ਪੈਸਾ ਵੀ ਆਉਂਦਾ ਰਿਹਾ ਔਰ ਡਿਵੈਲਪਮੈਂਟ ਵੀ ਹੋਈ ਹੈ, ਇਹ ਸਾਰੇ ਲੋਕ ਮੰਨਦੇ ਵੀ ਨੇ। ਤੇ ਤਦੀ ਲੋਕਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਉਮੀਦਵਾਰ ਨਾ ਸਾਡਾ ਹੁਣ ਚੇਂਜ ਕਰਿਓ, ਜਿਹੜੀ ਲੀਡ ਹੋਈ ਹੈ 42,000 ਦੀ ਉਹ ਬਰਕਰਾਰ ਰੱਖਣੀ ਹੈ। ਬਸ ਇਹ ਇਲਾਕੇ ਨੇ ਵਾਅਦਾ ਦਵਾਇਆ। ਜਿਸ ਤਰ੍ਹਾਂ ਮਦਨ ਲਾਲ ਜਲਾਲਪੁਰ ਕਹੇ ਨੇ, ਜੇਕਰ ਤੁਹਾਨੂੰ ਪਾਰਟੀ ਟਿਕਟ ਦਿੰਦੀ ਤਾਂ ਤੁਸੀਂ ਕਿੰਨਾ ਉਧਰੋਂ ਲੜਨ ਨੂੰ ਤਿਆਰ ਹੋ ਜੀ? ਦੇਖੋ, ਮਦਨ ਲਾਲ ਜਲਾਲਪੁਰ ਹੋਰੀ ਮੇਰੇ ਭਰਾ ਨੇ ਔਰ ਅਸੀਂ ਦੋਨਾਂ ਨੇ ਇਕੱਠਿਆਂ ਨੇ ਚੋਣ ਲੜਨੀ ਹੈ। ਮੈਨੂੰ ਉਹਨਾਂ ਦੀ ਮਦਦ ਦੀ ਬਹੁਤ ਲੋੜ ਹੈ ਕਿਉਂਕਿ ਉਹਨਾਂ ਦਾ ਆਪਦਾ ਪਿੰਡ ਮੇਰੇ ਹਲਕੇ 'ਚ ਔਰ ਇੱਧਰੋਂ ਵੀ ਸਾਡੇ ਬੰਦੇ ਉੱਧਰ ਨੇ, ਸੋ ਅਸੀਂ ਇਕੱਠੇ ਰਲ ਕੇ, ਉਹਨਾਂ ਨੇ ਆਪ ਦੱਸਿਆ ਕਿ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜੀ ਤੇ ਮੈਂ, ਅਸੀਂ ਸਾਰੇ ਇੱਧਰ ਇਕੱਠੇ ਰਲ ਕੇ ਅਸੀਂ ਚੋਣ ਲੜਾਂਗੇ ਔਰ ਇੱਕ ਦੂਜੇ ਦੀ ਮਦਦ ਕਰਾਂਗੇ। ਮਾਨ ਜੀ, ਜਿਹੜਾ ਤੁਹਾਨੂੰ ਲੱਗਦਾ ਵੀ ਜਿਹੜੀਆਂ ਹੋਰ ਹਲਕੇ ਦੇ ਇੰਚਾਰਜ ਇੱਕ ਦੂਜੇ ਸੀ ਦੀ ਔਰ ਸਾਡੇ ਤਾਂ 4.5 ਸਾਲ ਅਸੀਂ ਇਕੱਲਿਆਂ ਨੇ ਕੰਮ ਕੀਤਾ, ਉੱਥੇ ਆਪਣੇ ਕੰਬੋਜ ਸਾਹਿਬ ਨੇ ਕੀਤਾ, ਉਧਰ ਜਲਾਲਪੁਰ ਸਾਹਿਬ ਨੇ ਕੀਤਾ ਤੇ ਸਨੌਰ 'ਚ ਮੈਂ ਕੀਤਾ, ਕੋਈ ਸਾਨੂੰ ਦਿੱਕਤ ਨਹੀਂ। ਸਾਡੇ ਤਾਂ ਕੋਈ ਦਾਅਵੇਦਾਰੀ ਹੈ ਹੀ ਨਹੀਂ ਜੀ। ਉਹਦੇ ਇੱਕ ਸੀਟ ਮਿਲਣੀ ਇੱਕ ਪ੍ਰਵਾਰ ਨੂੰ, ਉਹ ਫੈਸਲਾ ਹਾਈ ਕਮਾਂਡ ਦਾ, ਤੇ ਹੋਰ ਕੋਈ ਸਾਡੇ ਦਾਅਵੇਦਾਰ ਹੈ ਹੀ ਨਹੀਂ। ਜੇ ਹਾਈ ਕਮਾਂਡ ਕਿਸੇ ਹੋਰ ਕੈਂਡੀਡੇਟ ਨੂੰ ਸੀਟ ਦੇ ਦਿੰਦੀ ਹੈ ਕਿ ਉਹਨਾਂ ਦਾ ਸਾਥ ਦਵੋਗੇ ਤੁਸੀਂ? ਜੋ ਪਾਰਟੀ ਫੈਸਲਾ ਕਰੇਗੀ ਉਹਦੇ ਨਾਲ ਅਸੀਂ ਐਨ ਚਟਾਨ ਵਾਂਗੂ ਖੜਾਂਗੇ। ਮੀਟਿੰਗ ਰੱਖੀ ਗਈ ਹੈ, ਕੀ ਮਕਸਦ ਕੀ ਹੈ? ਸਾਰੇ ਇਕੱਠੇ ਹੋਏ ਨੇ ਵਰਕਰ, ਕੀ ਸੰਦੇਸ਼ ਹੈ ਹਾਈ ਕਮਾਂਡ ਨੂੰ? ਨਹੀਂ, ਇਹ ਜਿਹੜੇ ਵਰਕਰ ਇਕੱਠੇ ਹੋਏ ਨੇ, ਦੇਖੋ ਜਿਹੜੀ ਚੋਣ ਆ ਬਿਲਕੁਲ ਨੇੜੇ ਆ ਗਈ। ਅੱਜ ਵਰਕਰ ਮੀਟਿੰਗ ਰੱਖੀ ਗਈ ਹੈ ਬਲਾਕ ਵਾਈਜ਼। ਮੈਂ ਬਹੁਤ ਚੰਗਾ ਲੱਗਿਆ ਮੈਨੂੰ, ਇਕੱਲੇ ਬਲਾਕ ਦੇ ਮੈਂਬਰ ਸਾਹਮਣੇ ਬੈਠੇ ਆ, ਇਹ ਕੋਈ ਗੜਬੜ ਨਹੀਂ ਹੋਈ। ਜੇ ਭੁੰਨਰਹੇੜੀ ਵਾਲੇ ਇੱਕ ਪਾਸੇ ਬੈਠੇ ਆ, ਸਨੌਰ ਵਾਲੇ ਇੱਕ ਪਾਸੇ ਬੈਠੇ ਆ, ਤੇ ਬੜੇ ਤਰੀਕੇ ਦੇ ਨਾਲ ਜਿਹੜੀ ਹੈਰੀ ਮਾਨ ਇੱਥੇ ਇੰਚਾਰਜ ਨੇ ਉਹਨਾਂ ਨੇ ਮੀਟਿੰਗ ਕਰਾਈ ਹੈ। ਜਿਸ ਤਰ੍ਹਾਂ ਮੀਟਿੰਗ ਕਰਾਈ ਆ, ਇੱਥੇ ਪਤਾ ਲੱਗਦਾ ਵੀ ਕਾਂਗਰਸ ਪਾਰਟੀ ਜਿਹੜੀ 42,000 ਵੋਟ ਦੀ ਲੀਡ ਮਹਾਰਾਣੀ ਸਾਹਿਬ ਨੂੰ ਹੋਈ ਸੀ, 1 ਨੰਬਰ ਤੇ ਸਨੌਰ ਆਇਆ ਸੀ। ਹੁਣ ਵੀ ਕਾਂਗਰਸ 1 ਨੰਬਰ ਤੇ ਰਹੂਗੀ ਪੰਜਾਬ 'ਚ। ਜੋ ਅੱਜ ਦਾ ਮੈਂ ਮਾਹੌਲ ਦੇਖਿਆ, ਬਹੁਤ ਵਧੀਆ ਵਰਕਰ ਨੇ ਇਹ, ਜਿਹੜੇ ਸਾਰੇ ਚੁਣੇ ਹੋਏ ਨੁਮਾਇੰਦੇ ਨੇ, ਸਰਪੰਚ, ਪੰਚ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ, ਬਲਾਕ ਸਮਿਤੀ ਚੇਅਰਮੈਨ, ਸਾਰੇ ਵਰਕਰ ਨੇ। ਇੱਕ ਵਰਕਰ ਦੇ ਪਿੱਛੇ 100, 200, 500 ਵੋਟ ਹੁੰਦੀ ਹੈ। ਜਦੋਂ ਇਹ ਸਾਰੇ ਵੋਟਾਂ 'ਚ ਜਾਣਗੇ, ਵੋਟ ਮੰਗਣਗੇ, ਤਾਂ ਕਾਂਗਰਸ ਜਿਹੜੀ ਪਹਿਲਾਂ ਵੀ 1 ਨੰਬਰ ਤੇ ਆਈ ਆ ਪੰਜਾਬ 'ਚ, ਜਦੋਂ ਲੋਕ ਸਭਾ 'ਚ, ਅੱਜ ਵੀ 1 ਨੰਬਰ ਤੇ ਆਊਗੀ, ਮੈਨੂੰ ਪੂਰੀ ਉਮੀਦ ਆ। ਤੁਹਾਨੂੰ ਕੀ ਲੱਗਦਾ, ਜਿਸ ਤਰ੍ਹਾਂ ਤੁਸੀਂ ਮਹਿਲ ਦੀ ਗੱਲ ਕੀਤੀ ਗਈ ਹੈ, ਤਿੱਖੇ ਹਮਲੇ ਕੀਤੇ ਨੇ ਤੁਸੀਂ ਖਾਸ ਤੌਰ ਤੇ ਮਹਿਲ ਦੇ ਉੱਪਰ, ਕੀ ਰੀਜ਼ਨ ਕੀ ਰਿਹਾ ਹੈ? ਦੇਖੋ, ਮਹਿਲ ਨੇ ਮੇਰੇ ਖਿਲਾਫ ਸ਼ਰਾਬ ਦੀ ਫੈਕਟਰੀ ਲਾਈ, ਮੈਨੂੰ ਅੰਦਰ ਦੇਣ ਦੀ ਕੋਸ਼ਿਸ਼ ਕਰੀ, ਮੇਰੇ ਖਿਲਾਫ ਸੀਏ 'ਚ ਬਿਠਾ ਕੇ ਮੂਵੀਆਂ ਬਣਾਈਆਂ ਗਈਆਂ, ਦੇਸ਼ ਦਾ ਰਿਮਾਂਡ ਲਿਆ ਗਿਆ, ਵੀ ਮਦਨ ਦੇ ਖਿਲਾਫ ਬੁਲਾਇਆ ਗਿਆ, ਮਦਨ ਦੇ ਪਰਿਵਾਰ ਦੇ ਖਿਲਾਫ ਬੁਲਾਇਆ ਗਿਆ। ਕਦੇ ਹੋਇਆ ਵੀ ਕਿਸੇ ਬੰਦੇ ਨੂੰ ਕਿਸੇ ਨਜਾਇਜ਼ ਪਰਚੇ 'ਚ ਪਾ ਕੇ 5 ਦਾ ਰਿਮਾਂਡ ਰੱਖਿਆ ਹੋਵੇ ਨਜਾਇਜ਼, ਔਰ ਜਿਹੜਾ ਕੋਈ ਪਰਚਾ ਬਣਾਵੇ ਉਸ 'ਤੇ, ਔਰ ਉਹਦੇ 'ਚ ਉਹਦੀ ਮੂਵੀ ਬਣਾਈ ਹੋਵੇ ਸਾਨੂੰ ਡਰਾਉਣ ਵਾਸਤੇ? ਸਾਨੂੰ ਬੁਲਾ ਕੇ ਮੂਵੀ ਦਿਖਾਈ ਗਈ, ਮੈਨੂੰ ਤੇ ਹਰਦਿਆਲ ਜੀ ਨੂੰ, ਵੀ ਆ ਤਾਂ ਤੁਹਾਨੂੰ ਇਹ ਦੇਖ ਲਓ, ਮੂਵੀ ਦੇਖ ਲਓ, ਜਾਂ ਦਵੇਸ਼ ਤੇ ਤੁਹਾਡੇ ਦੇ ਖਿਲਾਫ ਕੀ ਮੂਵੀ ਬਣਾਈ ਆ, ਤੇ ਤੁਹਾਨੂੰ ਅੰਦਰ ਦੇਵਾਂਗੇ ਜਾਂ ਮਹਾਰਾਜ ਦੀ ਲੱਤ ਥੱਲੇ ਰਹੋਗੇ। ਮੈਂ ਜੀ ਮਦਨ ਝੁਕੂਗਾ ਨਹੀਂ, ਮਦਨ ਮਰ ਸਕਦਾ, ਮਦਨ ਜਾਨ ਦੇ ਸਕਦਾ, ਮਦਨ ਅੰਦਰ ਜਾਣ ਤੋਂ ਨਹੀਂ ਡਰਦਾ।
ਪਰ ਮੈਂ ਇਹ ਝੁਕੂਗਾ ਨਹੀਂ। ਜਿੰਨੀਆਂ ਮਰਜ਼ੀ ਮੂਵੀਆਂ ਬਣਾ ਲਓ, ਜੋ ਮਰਜ਼ੀ ਫੈਕਟਰੀਆਂ ਲਾ ਲਓ, ਜਿੰਨੀ ਮਰਜ਼ੀ ਵਿਜੀਲੈਂਸ ਭੇਜ ਦਿਓ, ਜਿੰਨੇ ਮਰਜ਼ੀ ਪਰਚੇ ਕਰ ਲਓ, ਮੈਂ ਸੱਚ ਬੋਲਦਾ ਰਹੂੰਗਾ ਤੇ ਸੱਚ ਬੋਲਣ ਦਾ ਮੇਰਾ ਸੁਭਾਅ ਤੇ ਸੱਚ ਤੇ ਪਿੱਛੇ ਨਹੀਂ ਹਟੂੰਗਾ। ਹਨੀ ਸਿੰਘ ਨੂੰ ਦਲਾਲ ਦੱਸਿਆ, ਕਾਹਦਾ ਦਲਾਲ ਸੀ ਉਹ? ਪੈਸੇ ਲੈਣ ਦਾ ਸਾਰੇ ਅਫਸਰ ਨੂੰ ਪੁੱਛ ਕੇ ਲੱਗਦੇ ਪੈਸੇ ਦੇ ਕੇ। ਜਿਹੜਾ ਐਸਐਸਪੀ ਮਨਦੀਪ ਸਿੰਘ ਤੂੰ ਲੱਗੇ ਨੇ ਲਵਾਏ ਸੀ ਹੈਰੀਮਾਨ ਨੇ ਨਾ, ਉਹਨੇ ਆਪਣੇ ਨੇ ਸਿੱਖੋ ਨੇ, ਹਨੀ ਸਿੱਖੋ ਨੇ, ਜਿੰਨੇ ਅਫਸਰਾਂ ਨਾਲ ਸੌਦੇ ਕਰਦਾ ਸੀ ਪਟਿਆਲੇ। ਕੋਈ ਅਫਸਰ ਫ੍ਰੀ ਲੱਗਿਆ ਪਟਿਆਲੇ 'ਚ? ਸਭ ਤੋਂ ਪੈਸੇ ਲਏ ਇਹਨਾਂ ਨੇ। ਮਦਨ ਜੀ ਤੁਸੀਂ ਆਵਾਜ਼ ਉਠਾਈ ਸੀ ਸਭ ਤੋਂ ਪਹਿਲਾਂ 2-2.5 ਸਾਲ ਪਹਿਲਾਂ ਤੁਸੀਂ ਇਹ ਗੱਲ ਕੀਤੀ ਸੀ ਵੀ ਜਿਹੜੀ ਅਫਸਰਸ਼ਾਹੀ ਹੈ ਉਹ ਵਰਕਰਾਂ ਦੇ ਉੱਪਰ ਭਾਰੂ ਹੈ, ਸਰਕਾਰ ਦੇ ਉੱਪਰ ਭਾਰੂ ਹੈ, ਉਸੇ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਤੁਸੀਂ ਗੱਲ ਕੀਤੀ। ਜਦੋਂ ਅਸੀਂ ਆਵਾਜ਼ ਉਠਾਈ ਦੀ ਅਫਸਰਾਂ ਦੀ, ਅਸੀਂ ਕਹਿੰਦੇ ਵੀ 100 ਟਰੱਕ ਰੋਜ਼ ਇੱਥੇ ਐਨਪੀ ਫੈਕਟਰੀ ਤੋਂ ਸ਼ਰਾਬ ਦਾ ਨਿਕਲ ਰਿਹਾ, ਇੱਥੇ ਵਿਜੀਲੈਂਸ ਲੁੱਟ ਰਹੀ, ਅਫਸਰ ਲੁੱਟ ਰਹੇ ਨੇ, ਸੱਟਾ ਦੜਾ ਚੱਲ ਰਿਹਾ, ਸਾਰੇ ਪਿੰਡਾਂ ਸ਼ਰਾਬ ਵਿਕ ਰਹੀ ਹੈ, ਮੈਨੂੰ ਰੋਕੋ। ਪਰ ਇਹ ਜਦੋਂ ਆਵਾਜ਼ ਉਠਾਈ, ਅਸੀਂ 4 ਐਮਐਲਏ ਇਕੱਠੇ ਹੋਏ, ਇਹਨਾਂ ਨੇ ਬਾਕੀ ਤਾਂ ਡਰ ਕੇ ਮੈਂ ਅੜੇ ਰਿਹਾ, 2 ਸਾਲ ਮੁਕਾਬਲਾ ਕਰਿਆ। ਫਿਰ ਜਦੋਂ ਕਰਫਿਊ ਲੱਗਿਆ, ਲੋਕਡਾਊਨ ਲੱਗਿਆ, ਉਹਦੇ ਸਮੇਂ ਦੇ ਵਿੱਚ 25 ਫਰਨੀ ਮਾਰ ਰਹੇ ਸੀ, ਸਮਾਨ ਕਿੱਥੋਂ ਆਇਆ? ਮੇਰਾ ਸੁਭਾਅ ਤੇ ਸੱਚ ਤੇ ਪਿੱਛੇ ਨਹੀਂ ਹਟੂੰਗਾ। ਹਨੀ ਸਿੰਘ ਨੂੰ ਦਲਾਲ ਦੱਸਿਆ, ਕਾਹਦਾ ਦਲਾਲ ਸੀ ਉਹ? ਪੈਸੇ ਲੈਣ ਦਾ ਸਾਰੇ ਅਫਸਰ ਨੂੰ ਪੁੱਛ ਕੇ ਲੱਗਦੇ ਪੈਸੇ ਦੇ ਕੇ। ਜਿਹੜਾ ਐਸਐਸਪੀ ਮਨਦੀਪ ਸਿੰਘ ਤੂੰ ਲੱਗੇ ਨੇ ਲਵਾਏ ਸੀ ਹੈਰੀਮਾਨ ਨੇ ਨਾ, ਉਹਨੇ ਆਪਣੇ ਨੇ ਸਿੱਖੋ ਨੇ, ਹਨੀ ਸਿੱਖੋ ਨੇ, ਜਿੰਨੇ ਅਫਸਰਾਂ ਨਾਲ ਸੌਦੇ ਕਰਦਾ ਸੀ ਪਟਿਆਲੇ। ਕੋਈ ਅਫਸਰ ਫ੍ਰੀ ਲੱਗਿਆ ਪਟਿਆਲੇ 'ਚ? ਸਭ ਤੋਂ ਪੈਸੇ ਲਏ ਇਹਨਾਂ ਨੇ। ਮਦਨ ਜੀ ਤੁਸੀਂ ਆਵਾਜ਼ ਉਠਾਈ ਸੀ ਸਭ ਤੋਂ ਪਹਿਲਾਂ 2-2.5 ਸਾਲ ਪਹਿਲਾਂ ਤੁਸੀਂ ਇਹ ਗੱਲ ਕੀਤੀ ਸੀ ਵੀ ਜਿਹੜੀ ਅਫਸਰਸ਼ਾਹੀ ਹੈ ਉਹ ਵਰਕਰਾਂ ਦੇ ਉੱਪਰ ਭਾਰੂ ਹੈ, ਸਰਕਾਰ ਦੇ ਉੱਪਰ ਭਾਰੂ ਹੈ, ਉਸੇ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਤੁਸੀਂ ਗੱਲ ਕੀਤੀ। ਜਦੋਂ ਅਸੀਂ ਆਵਾਜ਼ ਉਠਾਈ ਦੀ ਅਫਸਰਾਂ ਦੀ, ਅਸੀਂ ਕਹਿੰਦੇ ਵੀ 100 ਟਰੱਕ ਰੋਜ਼ ਇੱਥੇ ਐਨਪੀ ਫੈਕਟਰੀ ਤੋਂ ਸ਼ਰਾਬ ਦਾ ਨਿਕਲ ਰਿਹਾ, ਇੱਥੇ ਵਿਜੀਲੈਂਸ ਲੁੱਟ ਰਹੀ, ਅਫਸਰ ਲੁੱਟ ਰਹੇ ਨੇ, ਸੱਟਾ ਦੜਾ ਚੱਲ ਰਿਹਾ, ਸਾਰੇ ਪਿੰਡਾਂ ਸ਼ਰਾਬ ਵਿਕ ਰਹੀ ਹੈ, ਮੈਨੂੰ ਰੋਕੋ। ਪਰ ਇਹ ਜਦੋਂ ਆਵਾਜ਼ ਉਠਾਈ, ਅਸੀਂ 4 ਐਮਐਲਏ ਇਕੱਠੇ ਹੋਏ, ਇਹਨਾਂ ਨੇ ਬਾਕੀ ਤਾਂ ਡਰ ਕੇ ਮੈਂ ਅੜੇ ਰਿਹਾ, 2 ਸਾਲ ਮੁਕਾਬਲਾ ਕਰਿਆ। ਫਿਰ ਜਦੋਂ ਕਰਫਿਊ ਲੱਗਿਆ, ਲੋਕਡਾਊਨ ਲੱਗਿਆ, ਉਹਦੇ ਸਮੇਂ ਦੇ ਵਿੱਚ 25 ਫਰਨੀ ਮਾਰ ਰਹੇ ਸੀ, ਸਮਾਨ ਕਿੱਥੋਂ ਆਇਆ? ਪੁਲਿਸ ਨੇ ਫੈਕਟਰੀ ਲਾਈ। ਅੱਜ ਪੁੱਛੋ ਦਵੇਸ਼ ਨੂੰ ਰਿਮਾਂਡ ਤੇ ਲੈ ਕੇ ਲਿਆਓ ਸੱਚ ਸਾਹਮਣੇ। ਮੈਂ ਤਾਂ ਬੇਨਤੀ ਕਰੀ ਸਰਕਾਰ ਨੂੰ ਵੀ ਕੱਲ ਮੈਂ ਕਿਹਾ ਜੀ, ਮੈਂ ਬੋਲਿਆ ਸੈਸ਼ਨ ਦੇ ਵਿੱਚ ਵੀ ਜਿਹੜੀ ਨਜਾਇਜ਼ ਕਾਰੋਬਾਰ ਹੋਇਆ, ਸ਼ਰਾਬ ਦਾ ਹੋਇਆ ਪਿਛਲੇ 15 ਸਾਲਾਂ 'ਚ, ਇਹ ਫੈਕਟਰੀਆਂ ਜੋ ਸ਼ਰਾਬ ਨਿਕਲੀਆਂ, ਨਜਾਇਜ਼ ਫੈਕਟਰੀਆਂ ਲੱਗੀਆਂ, ਰੇਤ ਮਾਫੀਆ, ਇਹਦੀ ਇੱਕ ਹਾਈ ਕੋਰਟ ਦੇ ਜੱਜ ਜਾਂ ਸੁਪਰੀਮ ਕੋਰਟ ਦੇ ਜੱਜ ਹੇਠ ਕੋਈ ਇਹੋ ਜਿਹੀ ਕਮੇਟੀ ਬਣਾਓ ਜਿਹੜੀ ਲੋਕਾਂ ਨੂੰ ਸਜ਼ਾ ਮਿਲੇ। ਜਿਨ੍ਹਾਂ ਨੇ ਨਜਾਇਜ਼ ਜਾ ਕੇ ਮੂਵੀਆਂ ਬਣਾਈਆਂ, ਜਾ ਕੇ ਸੀਏ 'ਚ ਬੰਦੇ ਇਕੱਠੇ ਕਰਕੇ ਉਹਦੀ ਇਨਕੁਆਇਰੀ ਹੋਵੇ, ਤੇ ਜਿਹੜਾ ਬੰਦਾ ਦੋਸ਼ੀ ਆ, ਜਿਹੜਾ ਬੰਦਾ ਫੈਕਟਰੀਆਂ ਦਾ ਸਮਾਨ ਲਿਆ, ਜਿਹੜੇ ਬੰਦਾ ਬੋਤਲਾਂ ਲੈ ਕੇ ਆਇਆ, ਕਿੱਥੋਂ ਡਾਟਿਆ, ਕਿੱਥੋਂ ਕੀ ਆਇਆ, ਉਹ ਸਾਰੇ ਬੰਦਿਆਂ ਦੇ ਪਰਚਾ ਹੋਣਾ ਚਾਹੀਦਾ। ਬੀਬੀ ਰੂਸਾ ਨੂੰ ਵੀ ਤੁਸੀਂ ਟਾਰਗੇਟ ਕੀਤਾ ਤੇ ਚਹਿਲ ਨੂੰ, ਉਹ ਵੀ ਇਸੇ ਕੜੀ 'ਚ ਸ਼ਾਮਲ ਸੀ? ਨਹੀਂ, ਇਹ ਜਿਹੜੀ ਰੁੱਸਾ ਮੈਡਮ ਨੇ ਤੇ ਚਹਿਲ ਨੇ ਤਾਂ ਕਰਾਇਆ ਸਰ। ਐਕਸਾਈਜ਼ ਨੂੰ ਤਾਂ ਉਹਨੇ ਹੀ ਲੁੱਟਿਆ ਨਾ, ਵਿਜੀਲੈਂਸ ਨੂੰ ਕਿੰਨੇ ਲੁੱਟਿਆ? ਭਰ ਚਹਿਲ ਨੇ। ਐਕਸਾਈਜ਼ ਨੂੰ ਕਿੰਨੇ ਲੁੱਟਿਆ? ਭਰ ਚਹਿਲ ਨੇ। ਪੁਲਿਸ ਤੋਂ ਪੈਸੇ ਕਿੰਨੇ ਲਏ? ਭਰ ਚਹਿਲ ਨੇ। 100 ਬੰਦਾ, 4 ਗੱਡੀਆਂ ਭਰ ਚਹਿਲ ਦੇ ਅੱਗੇ ਪਿੱਛੇ ਉਹਦੇ ਮੁੰਡੇ ਦੇ ਫਿਰਦੀਆਂ ਸੀ। ਉਹ ਕਾਹਦੀਆਂ ਗੱਡੀਆਂ ਸੀ ਬਈ? ਕਿੱਥੋਂ ਨੂੰ ਫੋਰਸ ਮਿਲੀ ਵੀ ਸੀ? ਸਾਰੀ ਕਮਾਂਡੋ ਸਾਰੀ ਉਹਦੇ ਘਰੇ ਕੰਮ ਕਰਦੇ ਜੀ। 50 ਬੰਦੇ ਭਰ ਚਹਿਲ ਦੇ, ਜਿਹੜੇ ਫ੍ਰੀ, ਜਿਹੜੇ ਕੁੱਕ ਕੀ, ਬਾਡੀਗਾਰਡ ਕੀ, ਮੈਂ ਕਹਿੰਦਾ ਸਾਰਾ ਕੁਝ ਉਹਦੇ ਘਰੇ ਸੀ। ਭਰ ਚਹਿਲ ਨੇ ਤਾਂ ਪੂਰਾ ਲੁੱਟਿਆ 4.5 ਸਾਲ। ਭਰ ਚਹਿਲ ਨੇ ਕੈਪਟਨ ਨੂੰ ਮਾਰਿਆ। ਕੈਪਟਨ ਮਾੜਾ ਨਹੀਂ ਸੀ, ਕੈਪਟਨ ਬਹੁਤ ਚੰਗਾ ਇਨਸਾਨ ਸੀ, ਪਰ ਇਹਨਾਂ ਚੋਰਾਂ ਨੇ, ਰੁੱਸਾ ਮੈਡਮ ਨੇ, ਭਰ ਚਹਿਲ ਨੇ ਤੇ ਅਫਸਰਾਂ ਨੇ ਇਹਨੂੰ ਖਤਮ ਕੀਤਾ। ਮਦਨ ਜੀ ਬਿੱਟੂ ਮੇਅਰ ਨੂੰ ਜੀਵਨਦਾਨ ਮਿਲ ਗਿਆ 50, ਜਦਕਿ ਜਿਹੜੇ ਕਾਉਂਸਲਰ ਨੇ ਪਾਰਟੀ ਦੇ ਨਾਲ ਨੇ, ਪਰ ਉੱਥੇ ਦੇਖੋ ਮੇਰੀ ਗੱਲ ਸੁਣੋ, ਜੀਵਨਦਾਨ ਨਹੀਂ ਮਿਲਿਆ, ਕਾਰਵਾਈ ਚੱਲ ਰਹੀ ਹੈ। ਸਰਕਾਰ ਉਲਝੀ ਹੋਈ ਸੀ, ਸਰਕਾਰ ਨੇ ਸੈਸ਼ਨ ਬੁਲਾਉਣਾ ਸੀ, ਵੱਡੇ ਫੈਸਲੇ ਕਰਨੇ ਆ। ਜੇ ਅੱਜ ਤੁਸੀਂ ਦੇਖ ਹੀ ਲਿਆ ਕੱਲ ਕਿੰਨੇ ਫੈਸਲੇ ਕਰੇ ਨੇ ਸਰਕਾਰ ਨੇ। 1 ਮਿੰਟ ਦਾ ਟਾਈਮ ਨਹੀਂ ਉਹਨੂੰ, 1-2 ਦਿਨਾਂ 'ਚ ਜਾਂ 5-4 ਦਿਨਾਂ 'ਚ ਹਫ਼ਤੇ ਮੈਨੂੰ ਲੱਗਦਾ ਵੀ ਉਹਦਾ ਕੰਮ ਹੋ ਜਾਊਗਾ। ਇੱਕ ਮਤਲਬ ਤੁਸੀਂ ਜਿਹੜਾ ਜਾ ਕੇ ਸ਼ਹੀਦ ਹੋਇਆ, ਜਿਹੜਾ ਜਵਾਨ, ਉਹ ਕਿਵੇਂ ਸ਼ਹੀਦ ਹੋਇਆ, ਕੋਈ ਜਾਣਕਾਰੀ ਹਾਸਲ? ਦੇਖੋ ਉਹ ਮੁੰਡਾ ਸਾਡੇ ਇਲਾਕੇ ਦੇ ਬਹੁਤ ਜਵਾਨ ਮੁੰਡਾ ਸੀ। ਜਦੋਂ ਕੋਈ ਇੱਥੇ ਬਾਹਰਲੇ ਬੰਦੇ ਆਏ, ਕਿਸੇ ਨਦੀ ਨੂੰ ਡੁੱਬ ਕੇ, ਉਹਨਾਂ ਨੂੰ ਕੱਢਣ ਵਾਸਤੇ ਵੜਿਆ। ਹੁਣ ਚਹਿਲ ਨੇ ਤੇ ਅਫਸਰਾਂ ਨੇ ਇਹਨੂੰ ਖਤਮ ਕੀਤਾ। ਮਦਨ ਜੀ ਬਿੱਟੂ ਮੇਅਰ ਨੂੰ ਜੀਵਨਦਾਨ ਮਿਲ ਗਿਆ 50, ਜਦਕਿ ਜਿਹੜੇ ਕਾਉਂਸਲਰ ਨੇ ਪਾਰਟੀ ਦੇ ਨਾਲ ਨੇ, ਪਰ ਉੱਥੇ ਦੇਖੋ ਮੇਰੀ ਗੱਲ ਸੁਣੋ, ਜੀਵਨਦਾਨ ਨਹੀਂ ਮਿਲਿਆ, ਕਾਰਵਾਈ ਚੱਲ ਰਹੀ ਹੈ। ਸਰਕਾਰ ਉਲਝੀ ਹੋਈ ਸੀ, ਸਰਕਾਰ ਨੇ ਸੈਸ਼ਨ ਬੁਲਾਉਣਾ ਸੀ, ਵੱਡੇ ਫੈਸਲੇ ਕਰਨੇ ਆ। ਜੇ ਅੱਜ ਤੁਸੀਂ ਦੇਖ ਹੀ ਲਿਆ ਕੱਲ ਕਿੰਨੇ ਫੈਸਲੇ ਕਰੇ ਨੇ ਸਰਕਾਰ ਨੇ। 1 ਮਿੰਟ ਦਾ ਟਾਈਮ ਨਹੀਂ ਉਹਨੂੰ, 1-2 ਦਿਨਾਂ 'ਚ ਜਾਂ 5-4 ਦਿਨਾਂ 'ਚ ਹਫ਼ਤੇ ਮੈਨੂੰ ਲੱਗਦਾ ਵੀ ਉਹਦਾ ਕੰਮ ਹੋ ਜਾਊਗਾ। ਇੱਕ ਮਤਲਬ ਤੁਸੀਂ ਜਿਹੜਾ ਜਾ ਕੇ ਸ਼ਹੀਦ ਹੋਇਆ, ਜਿਹੜਾ ਜਵਾਨ, ਉਹ ਕਿਵੇਂ ਸ਼ਹੀਦ ਹੋਇਆ, ਕੋਈ ਜਾਣਕਾਰੀ ਹਾਸਲ? ਦੇਖੋ ਉਹ ਮੁੰਡਾ ਸਾਡੇ ਇਲਾਕੇ ਦੇ ਬਹੁਤ ਜਵਾਨ ਮੁੰਡਾ ਸੀ। ਜਦੋਂ ਕੋਈ ਇੱਥੇ ਬਾਹਰਲੇ ਬੰਦੇ ਆਏ, ਕਿਸੇ ਨਦੀ ਨੂੰ ਡੁੱਬ ਕੇ, ਉਹਨਾਂ ਨੂੰ ਕੱਢਣ ਵਾਸਤੇ ਵੜਿਆ। ਹੁਣ ਉਹਦੇ ਸਿਲੰਡਰ ਸੀ, ਜਦੋਂ ਸਿਲੰਡਰ ਖੋਲ੍ਹਿਆ, ਜਾਂ ਤਾਂ ਮੈਨੂੰ ਲੱਗਦਾ ਠੰਡ ਸੀ, ਉਹਦਾ ਕਿਤੇ ਪਾਣੀ ਜਿਹੜਾ ਨਾੜਾਂ ਜਾਮ ਹੋ ਗਈਆਂ, ਉਹਨੂੰ ਬਾਅਦ 'ਚ ਜਦੋਂ ਉਹਨੂੰ ਉੱਥੋਂ ਜਾਣ ਲੱਗਿਆ, ਬਿਲਕੁਲ ਸਹੀ ਸੀ ਉਹ ਨਿਕਲਿਆ, ਬਾਅਦ 'ਚ ਇੱਕਦਮ ਹਾਰਟ ਅਟੈਕ ਫੇਲ ਹੋ ਕੇ ਉਹਦੀ ਡੈਥ ਹੋ ਗਈ। ਨੌਜਵਾਨ ਮੁੰਡਾ ਸੀ, ਬੜਾ ਦੁੱਖ ਹੋਇਆ ਸਾਨੂੰ। ਪਰਿਵਾਰ ਨੂੰ ਭਰੋਸਾ ਕਿ ਜੀ ਪਹਿਲਾਂ ਦੇਖੋ ਜਦੋਂ ਮਨਦੀਪ ਸਿੰਘ ਦੀ ਡੈਥ ਹੋਈ ਸੀ, ਸੂਬੇਦਾਰ ਦੀ, ਸਾਡੇ ਨਾਇਬ ਸੂਬੇਦਾਰ ਦੀ ਸੀਲ, ਮੈਂ ਉਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਸਾਂਭ ਰਿਹਾ। ਉਹਨਾਂ ਨੂੰ ਪੂਰਾ ਜੋ ਹੈਗਾ ਸੀ ਉਹਨਾਂ ਦਾ ਮਨ ਦਾ ਮਾਨ ਸਨਮਾਨ ਮੈਂ ਲੈ ਕੇ ਦਿੱਤਾ, ਨੌਕਰੀ ਲੈ ਕੇ ਦਿੱਤੀ,
ज्वाइन भी कराया। इस ਨੂੰ ਵੀ ਜਲਦੀ ਤੋਂ ਜਲਦੀ ਨੌਕਰੀ ਦਵਾ ਕੇ ਇਸ ਪਰਿਵਾਰ ਦਾ ਪੂਰਾ ਸਨਮਾਨ ਕਰ। ਗਰੀਬ ਪਰਿਵਾਰ ਹੈ ਵੀ, ਇਹ ਵੀ ਬਹੁਤ ਗਰੀਬ ਪਰਿਵਾਰ, ਜਿਵੇਂ ਉਹ ਗਰੀਬ ਪਰਿਵਾਰ ਸੀ ਅੱਜ ਵੀ ਦੀ ਮਾਂ ਨੂੰ ਪੁੱਛ ਲਓ। ਮੈਂ ਹਰ ਤਿਉਹਾਰ ਤੇ ਹਰ ਦੁੱਖ ਸੁੱਖ 'ਚ ਉਹਦੇ ਨਾਲ ਖੜਿਆ ਔਰ ਉਹਦਾ ਵੀ ਕਰਿਆ ਸੀ, ਇਹਦਾ ਵੀ ਜ਼ਰੂਰ ਕਰੂੰਗਾ। ਮਤਲਬ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਸਾਹਿਬਾਨ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ, ਕੀ ਸਮਝਦੇ ਹੋ? ਦੇਖੋ, ਵੀ ਆ ਸਕਦੇ ਨੇ ਐਮਐਲਏ। ਮੈਂ ਕਹਿੰਦੀ ਸਾਰੇ ਹੀ ਤਿਆਰ ਨੇ, ਅੱਜ ਤਾਂ ਸਾਰੇ ਹੀ ਤਿਆਰ ਨੇ। ਟੋਟਲ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕਾਂਗਰਸ ਦੀਆਂ ਟਿਕਟਾਂ ਮੰਗ ਰਹੇ ਨੇ। ਜਿਹੜਾ ਚੰਨੀ ਹੈ ਨਾ, ਕੱਲ ਕੀ ਕਿਹਾ ਉਹਨਾਂ ਦੇ ਐਮਐਲਏ ਨੇ ਵੀ ਸਾਡੀ, ਮੈਂ 4.5 ਸਾਲ ਪਹਿਲਾਂ ਐਮਐਲਏ ਬਣਿਆ ਸੀ ਆਮ ਪਾਰਟੀ ਚੋਂ, 7-8 ਸਾਲ ਦਾ ਮੈਂ ਕੰਮ ਕਰ ਰਿਹਾ, ਪਰ ਇੱਥੇ ਕੋਈ ਆਮ ਆਦਮੀ ਪਾਰਟੀ ਨਹੀਂ। ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਰੋਲ ਆ ਉਹ ਤਾਂ ਸਾਡੇ ਮੁੱਖ ਮੰਤਰੀ ਚੰਨੀ ਜੀ ਨੇ ਜਿਹੜੇ ਆਮ ਨੇ। ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ। ਜਾ ਕੇ ਤਾਂ ਫੋਟੋ ਖਿਚਾ ਕੇ ਕੱਲ ਜੱਫੀ ਭਾਈ ਸ਼ਾਮ ਨੂੰ ਜੁਆਇਨ ਵੀ ਕਰ ਗਿਆ। ਮਦਨ ਜੀ, ਟਿਕਟਾਂ ਦਾ ਮਾਮਲੇ 'ਚ ਤਾਂ ਨਹੀਂ ਪਾਰਟੀ ਸਮਝੌਤਾ ਕਰੂਗੀ ਵੀ ਕੱਲ ਆਮ ਆਦਮੀ ਪਾਰਟੀ 'ਚੋਂ ਆ ਗਿਆ ਤੇ ਕਾਂਗਰਸ ਦੇ ਹੱਕਦਾਰ ਦੀ ਟਿਕਟ ਮਾਰ ਲੂਗਾ? ਦੇਖੋ, ਜਿਹੜੇ ਬੰਦੇ ਜਿੱਤਣ ਵਾਲੇ ਆ, ਜਿਹੜੇ ਬੰਦੇ ਕਾਂਗਰਸ ਵਾਲੇ ਜਿੱਤਣ ਵਾਲੇ ਨੇ, ਜਿੱਥੇ ਉਹਨਾਂ ਦਾ ਹੱਕ ਬਣੂਗਾ ਆਮ ਆਦਮੀ ਪਾਰਟੀ ਦੀ ਟਿਕਟਾਂ ਜ਼ਰੂਰ ਮਿਲਣਗੀਆਂ ਉਹਨਾਂ ਨੂੰ। ਅਸੀਂ ਤਾਂ ਬੰਦੇ ਜਿੱਤਣ ਵਾਲਿਆਂ ਨੂੰ ਦੇਣੀਆਂ। ਕੌਣ ਜਿੱਤਦਾ ਇਹ ਫੈਸਲਾ ਇਲਾਕੇ ਦੇ ਲੋਕਾਂ ਨੇ ਕਰਨਾ। ਲੋਕ ਇਸ ਏਰੀਆ ਦੀ ਗੱਲ ਕੀਤੀ ਜਾਵੇ, ਜਿਸ ਤਰ੍ਹਾਂ ਤੁਸੀਂ ਕਿਹਾ ਜੇਕਰ ਹੈਰੀਮਾਨ ਨੂੰ ਟਿਕਟ ਨਹੀਂ ਮਿਲੂਗੀ ਤਾਂ ਤੁਹਾਡੇ ਵੱਲੋਂ ਕੀ ਪ੍ਰੋਸੈਸ ਹੋਊਗਾ? ਦੇਖੋ, ਮੈਂ ਇਹ ਗੱਲ ਕਹਿਣਾ, ਮੈਂ ਤਾਂ ਗੱਲ ਕਿਹਾ ਜੇ ਹੈਰੀਮਾਨ ਘਨੌਰ ਤੋਂ ਲੜ ਲੇ ਚਾਹੇ ਸਨੌਰ ਤੋਂ ਲੜ ਲੇ, ਪਹਿਲੇ ਦੀ ਹੈ ਵੀ ਐਮਐਲਏ ਬਣਨਾ ਚਾਹੀਦਾ। ਬੜੀ ਦੇਰ ਦਾ ਲਟਕਿਆ ਵਾ, ਅੱਜ ਤੱਕ ਐਮਐਲਏ ਨਹੀਂ ਬਣਿਆ। ਪਹਿਲਾਂ ਸਨੌਰ ਲਟਕਦਾ ਰਿਹਾ, ਹੁਣ ਇੱਥੇ ਆ ਕੇ ਲੰਮ ਗਿਆ 4.5 ਸਾਲ। ਵੀ ਅੱਗੇ ਇਹਨਾਂ ਨੂੰ ਬਣਾ ਦੇਣਾ। ਕਹਿਣ ਦਾ ਭਾਵ ਇਹ ਸੀ ਵੀ ਭਾਈ ਜਿੱਥੇ ਤੇਰਾ ਦਿਲ ਕਰਦਾ, ਜੇ ਤੇਰੀ ਪਹਿਲ ਹੈ, ਤੁਹਾਡੇ ਵੱਲੋਂ ਪੂਰਨ ਸਮਰਥਨ ਔਰ ਆਸ਼ੀਰਵਾਦ ਦੇ ਨਾਲ ਪਾਰਟੀ। ਜੇ ਮੈਂ ਆਪਣੀ ਸੀਟ ਛੱਡ ਰਿਹਾ ਫਿਰ ਕੀ ਹੈ? ਇਸ ਤੋਂ ਵੱਧ ਤਾਂ ਕੁਝ ਨਹੀਂ ਹੋ ਸਕਦਾ। ਜਦੋਂ ਮੈਂ ਕਹਿ ਦਿਆ ਭਾਈ ਜੇ ਤੈਨੂੰ ਨਹੀਂ ਮਿਲਦੀ ਘਨੌਰ ਲੜ ਲੈ, ਹੋਰ ਇਸ ਤੋਂ ਵੱਧ ਕੀ ਕਹਿ ਸਕਦਾ ਦੱਸੋ? मैं हवा और हमारे पंजाब के जो सम्मानीय प्रभारी हैं श्री हरीश चौधरी जी, उनके आदेश अनुसार अभी हम यहाँ पे कार्यकर्ताओं के बीच, हम तो एक उनसे मिलने के लिए, उनकी जो भावना है, उनकी जो बात है उसे सुनने के लिए यहाँ पे उपस्थित हुए थे। आपने देखा है कि किस तरह से यहाँ पे पूरे सनौर विधानसभा से मैं समझता हूँ कि 90 से 95% जो यहाँ पे उपस्थिति थी वो पंचायती राज से जीते हुए नुमाइंदे और कांग्रेस संगठन के लोग यहाँ पे भारी तादाद में उपस्थित थे। हूबहू कार्यकर्ताओं की जो बात है, पंचायती राज के संस्थानों के जो लोग जीते हुए हैं उनकी जो आवाज़ है, उसको प्रमुखता से हम लीडरशिप के समक्ष रखेंगे। और लीडरशिप का भी यही, आप जानते हैं कि राहुल जी का भी एक ये सपना है, जो सशक्त और जो संघर्षशील और निस्वार्थ भावना से जो पार्टी के प्रति समर्पित जो कार्यकर्ता हैं या जो हमारे नेता हैं, उनको राहुल गांधी जी ने पिछली पंक्ति से आगे लाने का जो काम किया है, और आने वाले विधानसभा चुनावों में भी आपको यही देखने को मिलेगा कि हमारे जो प्रत्याशी होंगे वो बहुत सशक्त और कांग्रेस के प्रति समर्पित लोग ही जो है, आपको एक नया बदलाव यहाँ पे देखने को अवश्य मिलेगा। यही जो जिस तरह से आदरणीय श्री हरीश जी का, सिद्धू साहब का, आदरणीय मुख्यमंत्री महोदय चन्नी साहब का जो एक सपना है राहुल जी का, जो वो हकीकत में बहुत जल्द तब्दील होने जा रहा है। और फिर से पंजाब जो है पूरे देश भर में एक विकास के मुद्दे पे, विकास के नाम पे जो है अग्रणी पंक्ति में सबसे पहले पंजाब जो है कांग्रेस के नेतृत्व में, कांग्रेस की सशक्त सरकार में खड़ा रहेगा। ਸਨੌਰ ਦੀ ਗੱਲ ਕੀਤੀ ਜਾਵੇ, ਕੀ ਰਿਪੋर्ट ਜਿਹੜਾ ਤੁਸੀਂ ਦੇਖੀ ਔਰ जिस तरह लोगों ने जो कार्यकर्ताओं की जो भावना है, मैंने आपको पहले ही कहा है, कार्यकर्ता की जो भावना है, उनकी जो अपेक्षा है, उनकी जो उम्मीद है, जो उनके साथ संघर्ष में, सुख दुख में जो उनके साथ खड़े रहे हैं, जिन्होंने यहाँ पे कार्य किया है, वही जो है हूबहू वही बात जो है लीडरशिप के समक्ष रखी जाएगी। अभी समय बहुत लंबा है, आप समझते हैं। संजय जी, सरपंच तो कह रहे हैं कि 2.5 साल से उन्हें कोई फंड नहीं मिले, तो वो पंजाब से जाके वोट आप जानते हैं, आप बिल्कुल ये एक इशू जो सामने आया है, आप जानते हैं कि फिर ही तो पूरे देश भर में हमारे कांग्रेस शासित राज्य जो भी हमारे हैं, आपने देखा कि पंजाब में कितना बड़ा बदलाव जो हुआ है, वहाँ पे किसी की नहीं सुनी गई है।
एक आज आपको प्रदेश के मुख्यमंत्री हिमाचल के बाद माननीय श्री वीरभद्र सिंह जी के बाद मैंने अपने भाषण में भी कहा है कि कहीं नहीं कहा जाता था कि कोई मुख्यमंत्री जो है आम लोगों से मिलते हैं। आज आपने देखा कि हमारे सम्मानित मुख्यमंत्री महोदय राहुल गांधी जी के विज़न को, उनकी सोच को, जो हमारे है विज़न है अंत्योदय से सर्वोदय, उसके लिए जो कार्य कर रहे हैं माननीय मुख्यमंत्री मोदी जी, आज पार्क में बैठ के लोगों की बात को सुनते हैं। माननीय मुख्यमंत्री मोदी जी आज हर वर्ग के पास, आज उनकी बात आपने जो ये सवाल किया है इस पे भी मैं समझता हूँ कि बहुत जल्द, जिस तरह से आजकल ऐतिहासिक निर्णय लिए गए, ये निर्णय पंजाब के दूसरे प्रदेशों के लिए भी, भाजपा के जो मुख्यमंत्री या भाजपा शासित राज्य, उनके लिए भी एक जो है ये चैलेंज साबित हो गया है। और मैं समझता हूँ कि बहुत जल्द ही हर परिस्थितियों को कांग्रेस के अनुकूल किया जाएगा। सर सनौर हल्के में चैलेंज नहीं समझते कि कितना नहीं, हम चैलेंज के साथ काम कर रहे हैं। समय कम है, जैसे कि अभी यहाँ पे कहा गया है, यहाँ के जो नेता हैं उन्होंने कहा है कि अभी हम बहुत सारी चीज़ों को हम कर रहे हैं और आने वाले समय के लिए पंजाब के लिए क्या विज़न है, कांग्रेस पार्टी का क्या विज़न है, वो एक हमारा जो मैनिफेस्टो होगा, हमारा जो एक दृष्टि जो पत्र होगा, उसके माध्यम से जो है हम पंजाब के लिए, चाहे युवा हो, चाहे महिला हैं, चाहे हमारे और जो हमारे यहाँ पे कर्मचारी वर्ग है, हमारे यहाँ पे इंडस्ट्रियलिस्ट हैं और दूसरे लोग, उन सबके लिए जो है उसमें हम वादा करेंगे और उसे निभाएंगे भी। संजय जी, ये जो मीटिंग्स हैं ये सनौर में आज एक ही मीटिंग होगी या सनौर में और नहीं, अभी तो देखिए, ये आज तो एक कार्यकर्ताओं के साथ इंस्ट्रक्शन था, उनकी बात को सुनने समझने का ये इंस्ट्रक्शन था। मेरे साथ में यहाँ पे जो यहाँ के जो ऑब्जर्वर हैं आगे यहाँ पे रहेंगे, चीमा जी, हरप्रीत चीमा जी, और ये समय समय पे यहाँ पे कार्यकर्ताओं के साथ तालमेल करते रहेंगे, लीडरशिप से ये सीधा संवाद करेंगे। तो ये सारी आज यही हमारी यहाँ पे बैठक थी और समय समय पे गांव में जाएंगे। जी सर, ऐसी ज़रूरत क्यों पड़ गई कि गांव में जाना पड़ रहा है? क्योंकि जो दूसरे पार्टी है अकाली दल अपने कैंडिडेट घोषित कर रहा है, आम आदमी उनके पार्टी, हाथ में कुछ सर, भी जो इंचार्ज हैं आम आदमी पार्टी के, उनको टिकट दी जा रही है। तो फिर हैरीमान जब इंचार्ज हैं, इतने काम कर रहे हैं, कार्यकर्ता उनके साथ हैं, तो फिर यहाँ ऐसा क्या एरर आ रहा है कि पार्टी गांव-गांव जाकर दोबारा लोगों से ये बात देखिए, आपको मैं एक बात स्पष्ट करता हूँ, हमारी कांग्रेस पार्टी का जो माननीय श्री राहुल गांधी जी, श्रीमती सोनिया गांधी जी, आप उनका जो एक विज़न है, हमारा सीधे तौर पे आम आदमी की तरफ अगर आपको जाना है, कहाँ कौन है आम आदमी का फेस कौन है? आप दिल्ली केजरीवाल जी के पास जाओ, आप वो सिर्फ एक ठग जो है पूरे देश में 2014 में आए, उन्होंने गुजरात मॉडल का झांसा दिया और एक दिल्ली मॉडल की बात कर रहे हैं। आप अभी छठ पूजा में आपने देखा होगा क्या हाल दिल्ली में हुआ, और आपने सवाल किया कि ऐसी ज़रूरत क्यों पड़ रही है। कांग्रेस 1857 से लेके गांधी जी ने आज़ादी की पूरे देश का उन्होंने भ्रमण किया। कांग्रेस के कार्यकर्ता गांव में जाके, हमने लोगों के कार्यकर्ताओं की बात को सुन के, ये लीडर बेस्ड पार्टी नहीं है, ये कार्यकर्ता बेस्ड पार्टी है। हम लोग जो है लोगों की आवाज़ को सुनेंगे और उसी के अनुरूप काम करेंगे जो हमारा इतिहास रहा है। ऐसा तो नहीं होगा भाई, जिस फ्लोर की बात की जाए, जो वर्कर काम कर रहा है, जो उनका हल्का इंचार्ज काम कर रहा है, या पैराशूट करेंगे, दूसरा उम्मीदवार उतार देंगे। आपने देखा कि अभी माननीय राहुल गांधी जी ने पूरे देश को क्या संदेश दिया, चन्नी जी को सीएम बना के, और आपने देखा है कि अभी हिमाचल प्रदेश में जो 4 उपचुनाव हुए हैं, 4, एक लोकसभा और विधानसभा में, उसमें भी आपने देखा होगा कहीं पर भी पैराशूट और इस वाली कोई ऐसी ये नहीं है। और हमेशा मैंने आपसे सिर्फ काम करने वाला, और मैंने आपको पहले ही स्पष्ट कर दिया है कि ये हम सिर्फ कार्यकर्ताओं को समर्पित आदमी को ही टिकट देंगे। नवजोत सिंह सिद्धू सरकार के खिलाफ ही बोल रहे हैं, आपको लगता नहीं है सरकार की छवि जो आपने कहाँ पे देखा? नवजोत सिंह बिल्कुल ऐसा बिल्कुल भी नहीं है। नवजोत सिंह सिद्धू पार्टी के लिए समर्पण भावना से काम कर रहे हैं। आपने कल भी देखा होगा सेशन, आपने देखा हो आपके, ये तो सिर्फ मैं समझता हूँ कि देश का और प्रदेश का जो मीडिया है वो इन चीज़ों को हाइप करने की एक ऐसे कोशिश करे ताकि यहाँ पे या उनके पीछे जो बैठे लोग हैं वो एक ऐसी फूट डालने की कोशिश कर रहे हैं। ये बिल्कुल भी ऐसा तो नहीं है। मानना पड़ेगा कि चन्नी जी अच्छा काम कर रहे हैं, बिल्कुल। लेकिन पिछले 4.5 साल थे वहाँ कुछ कमी रह गई थी, इसीलिए पार्टी ने ये तो पूरे देश को पता है, जो फैसला हुआ वो तो पूरे देश के सामने है। थैंक यू। मेडिकोम आयुर्वेदिक सेंटर, यहाँ पर आपको मिलेगा हर मुश्किल का हल, जैसे कि मर्दाना कमजोरी, औरतों और पुरुषों के गुप्त रोग, बे औलाद, फालतू चर्बी, बड़ा हुआ पेट घटाएं,
बवासीर और आपको मिलेगी हर प्रकार की आयुर्वेदिक दवाइयाँ। मेडिकॉम आयुर्वेदिक सेंटर, दीप कॉम्प्लेक्स ऑपोजिट दुआबा शोरूम, कोट रोड, अमृतसर। रोजाना मिल 6 बजे तक।